मौत के महज 7.5 घंटे बाद एक पैथोलॉजिस्ट डॉक्टर जिसनों उसका शरीर जांच लई दिता जाता है, उसका दिमाग घरदियां दी सहमति तो बगैर चोरी कर लैंदा ते उसनों 20 साल आपदे कोले साਂਭ के रखता है। ते फिर जदों ਉਹਦੇ ਘਰਦਿਆਂ ਦੀ ਸਹਿਮਤੀ ਬਣਦੀ ਹੈ ਤਾਂ ਉਸ ਦਿਮਾਗ ਨੂੰ 200 ਤੋਂ 240 ਹਿੱਸਿਆਂ ਵਿੱਚ ਕੱਟਿਆ ਜਾਂਦਾ ਹੈ ਤੇ ਦੁਨੀਆ ਭਰ ਦੇ ਵਿਗਿਆਨੀਆਂ ਨੂੰ ਭੇਜਿਆ ਜਾਂਦਾ ਹੈ। ਉਸ ਨੂੰ ਭੌਤਿਕ ਵਿਗਿਆਨ ਦਾ ਪਿਤਾਮਾ ਕਿਹਾ ਜਾਂਦਾ ਹੈ। ਉਸ ਦਾ ਮੰਨਣਾ ਸੀ ਕਿ ਜਿਸ ਨੇ ਜ਼ਿੰਦਗੀ ਵਿੱਚ ਕੋਈ ਗਲਤੀ ਨਹੀਂ ਕੀਤੀ ਤਾਂ ਉਸਨੇ ਜ਼ਿੰਦਗੀ ਵਿੱਚ ਕੁਝ ਨਵਾਂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇੱਕ ਵਾਰੀ ਉਹ ਯੂਨੀਵਰਸਿਟੀ ਦਾਖਲਾ ਲੈਣ ਗਿਆ ਪਰ ਫੇਲ ਹੋ ਜਾਂਦਾ ਹੈ, ਪਰ ਬਾਅਦ 'ਚ ਉਹ ਪ੍ਰੋਫੈਸਰ ਬਣ ਜਾਂਦਾ। ਐਸਾ ਵਿਅਕਤੀ ਜਿਸ ਨੇ ਮੈਥ ਤੇ ਸਾਇੰਸ ਦੀਆਂ ਸਿਧਾਂਤਾਂ ਵਿੱਚ ਨਵੀਂ ਖੋਜ ਦਿੱਤੀ ਤੇ ਉਹਦਾ ਨਾਮ ਦੁਨੀਆ ਦੇ ਉਂਗਲਾਂ 'ਚ ਗਿਣੇ ਜਾਣ ਵਾਲੇ ਸਾਇੰਸਦਾਨਾਂ ਵਿੱਚ ਸ਼ਾਮਲ ਹੈ। ਆਮ ਬੱਚਾ 3 ਸਾਲ ਦੀ ਉਮਰ ਤੱਕ ਬੋਲਣਾ ਸ਼ੁਰੂ ਕਰ ਦਿੰਦਾ ਹੈ। ਉਹ 4 ਸਾਲ ਦੀ ਉਮਰ ਤੱਕ ਕੁਝ ਵੀ ਬੋਲ ਨਹੀਂ ਸਕਿਆ। ਜੇ ਬੋਲਦਾ ਸੀ ਤਾਂ ਸਪਸ਼ਟ ਨਹੀਂ ਬੋਲ ਪਾਉਂਦਾ ਸੀ। ਕਿਹਾ ਇਹ ਵੀ ਜਾਂਦਾ ਹੈ ਕਿ ਅਮਰੀਕਾ ਨੇ ਇਜ਼ਰਾਈਲ ਦਾ ਰਾਸ਼ਟਰਪਤੀ ਬਣਨ ਦੀ ਉਸਨੂੰ ਪੇਸ਼ਕਸ਼ ਕੀਤੀ ਪਰ ਉਸਨੇ ਠੁਕਰਾ ਦਿੱਤੀ। ਕਿਹਾ ਕਿ ਉਹ ਰਾਜਨੀਤੀ ਨਹੀਂ ਬਣਿਆ, ਉਹਦਾ ਜ਼ਿੰਦਗੀ ਪ੍ਰਤੀ ਫਰਜ਼ ਹੋਰ ਨਹੀਂ। ਉਹ ਜਰਮਨ 'ਚ ਪੈਦਾ ਹੋਇਆ, ਆਪਣੇ ਦੇਸ਼ ਨੂੰ ਛੱਡ ਕੇ ਉਸਨੂੰ ਅਮਰੀਕਾ ਜਾਣਾ ਪਿਆ। ਅਮਰੀਕਾ ਜਾ ਕੇ 20 ਸਾਲ ਉਸਦੇ ਮਗਰ ਉੱਥੋਂ ਦੀ ਖਾਸ ਪੁਲਿਸ FBI ਪਿੱਛੇ ਪਈ ਰਹੀ। ਇਹਨਾਂ ਹਾਲਾਤਾਂ ਵਿੱਚ ਰਹਿ ਕੇ ਵੀ ਉਸਨੇ ਜ਼ਿੰਦਗੀ ਦੇ ਮਕਸਦ ਪੂਰੇ ਕੀਤੇ ਤੇ ਖੋਜਾਂ ਕੀਤੀਆਂ। ਉਸਨੇ 300 ਤੋਂ ਜ਼ਿਆਦਾ ਖੋਜ ਪੱਤਰ ਲਿਖੇ ਤੇ ਨੋਬਲ ਪੁਰਸਕਾਰ ਹਾਸਲ ਕੀਤਾ। ਉਸਨੂੰ ਇੱਕ ਦੁਨੀਆ ਦੇ ਮਸ਼ਹੂਰ ਮੈਗਜ਼ੀਨ ਨੇ ਦੁਨੀਆ ਦੇ 100 ਪ੍ਰਭਾਵਸ਼ਾਲੀ ਵਿਅਕਤੀਆਂ 'ਚ ਸ਼ਾਮਲ ਕੀਤਾ ਤੇ ਪਰਸਨ ਆਫ ਸੈਂਚੁਰੀ ਐਲਾਨਿਆ। ਸ਼ਤਾਬਦੀ ਪੁਰਸ਼। ਵਿਗਿਆਨ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਵਿਗਿਆਨੀ ਇਸ ਤਰ੍ਹਾਂ ਮੰਨਦੇ ਨੇ ਕਿ ਇੱਕ ਯੁੱਗ ਉਸਦੇ ਜਨਮ ਤੋਂ ਪਹਿਲਾਂ ਦਾ ਤੇ ਇੱਕ ਯੁੱਗ ਉਸਦੇ ਜਨਮ ਤੋਂ ਬਾਅਦ ਦਾ ਮੰਨਦੇ। ਇਸ ਦਾ ਕਾਰਨ ਇਹ ਹੈ ਕਿ ਉਸਦੇ ਇੱਕ ਫਾਰਮੂਲੇ ਨੇ ਸਾਇੰਸ ਵਿਗਿਆਨੀਆਂ ਦੀ ਸੋਚ ਬਦਲ ਕੇ ਰੱਖ ਦਿੱਤੀ। E = mc²। ਇਹੀ ਫਾਰਮੂਲਾ ਉਸਦੀ ਖੋਜ ਦਾ ਪਛਾਣ ਬਣਿਆ ਤੇ 1921 ਦੇ ਵਿੱਚ ਉਸ ਨੂੰ ਨੋਬਲ ਪੁਰਸਕਾਰ ਮਿਲਿਆ। ਉਹ ਅਜਬ ਸੀ। ਉਹ ਆਪਣੀ ਆਟੋਗ੍ਰਾਫ ਦੇ $5 ਲਿਆ ਕਰਦਾ ਸੀ ਤੇ ਆਪਣੇ ਭਾਸ਼ਣ ਦੇ $1000 ਤੇ ਇਹ ਸਾਰੇ ਪੈਸੇ ਉਹ ਗਰੀਬਾਂ 'ਚ ਵੰਡ ਦਿੰਦਾ ਸੀ। ਉਸਦੀ ਮੌਤ ਦੇ ਬਾਅਦ ਉਹਦੀ ਆਖਰੀ ਇੱਛਾ ਸੀ ਕਿ ਉਸਦੇ ਸਰੀਰ ਦਾ ਅੰਤਿਮ ਸੰਸਕਾਰ ਕਰਕੇ ਜਲਾ ਦਿੱਤਾ ਜਾਵੇ ਤੇ ਉਸਦੀ ਰਾਖ ਬਖੇਰ ਦਿੱਤੀ ਜਾਵੇ। ਉਹ ਨਹੀਂ ਚਾਹੁੰਦਾ ਸੀ ਕਿ ਉਸਦੇ ਸਰੀਰ ਤੇ ਕੋਈ ਖੋਜ ਕੀਤੀ ਜਾਵੇ, ਉਸਦੇ ਦਿਮਾਗ ਤੇ ਕੋਈ ਖੋਜ ਕੀਤੀ ਜਾਵੇ। ਉਸਦਾ ਦਿਮਾਗ ਇੰਨਾ ਤੇਜ਼ ਸੀ ਕਿ ਜਦੋਂ ਵੀ ਉਹਦਾ ਖੋਜ ਪੱਤਰ ਕੋਈ ਛਪਦਾ ਤਾਂ ਉਸਦੇ ਸਮਕਾਲੀ ਵਿਗਿਆਨੀ ਇਹ ਸਮਝਦੇ ਕਿ ਸਿਧਾਂਤ ਇਹ ਗੱਲਾਂ ਕਿੱਥੋਂ ਆ ਰਹੀਆਂ ਨੇ। ਤੇ ਜ਼ਿਕਰਯੋਗ ਗੱਲ ਇਹ ਵੀ ਹੈ ਕਿ ਬਚਪਨ ਵਿੱਚ ਉਸਦੇ ਸਿਰ ਦਾ ਆਕਾਰ ਆਮ ਬੱਚਿਆਂ ਨਾਲੋਂ ਵੱਖਰਾ ਸੀ। ਅਧਿਆਪਕਾਂ ਨੇ ਉਸ ਨੂੰ ਕੁਝ ਵਿਸ਼ਿਆਂ ਵਿੱਚ ਦਿਲਚਸਪੀ ਨੂੰ ਦੇਖ ਕੇ ਬਾਕੀਆਂ 'ਚ ਨਲਾਇਕੀ ਦੇਖ ਕੇ ਉਸ ਨੂੰ ਮੰਦਬੁੱਧੀ ਤੱਕ ਕਹਿ ਦਿੱਤਾ ਸੀ। ਗੱਲ ਦਿਮਾਗ ਦੀ ਚੱਲ ਰਹੀ ਹੈ। ਇਨਸਾਨ ਦੀ ਜ਼ਿੰਦਗੀ 'ਚ ਸਾਰੀ ਖੇਡ ਹੀ ਦਿਮਾਗ ਦੀ ਹੈ ਤੇ ਪੂਰੀ ਜ਼ਿੰਦਗੀ ਦਿਮਾਗ ਦੇ ਇਸ਼ਾਰੇ ਤੇ ਉਹ ਕੰਮ ਕਰਦਾ ਹੈ। ਤੇ ਜਦੋਂ ਗੱਲ ਦਿਮਾਗ ਦੀ ਚੱਲੇ ਤਾਂ ਅਸੀਂ ਅਲਬਰਟ ਆਇਨਸਟਾਈਨ ਨੂੰ ਕਿਵੇਂ ਭੁੱਲ ਸਕਦੇ ਹਾਂ? ਹਾਂ, ਮੈਂ ਗੱਲ ਕਰ ਰਿਹਾ ਅਲਬਰਟ ਆਇਨਸਟਾਈਨ। ਅਲਬਰਟ ਆਇਨਸਟਾਈਨ ਦਾ ਜਨਮ 14 ਮਾਰਚ 1879 ਨੂੰ ਜਰਮਨ ਦੇ ਉਲਮ ਸ਼ਹਿਰ ਦੇ ਯਹੂਦੀ ਪਰਿਵਾਰ ਵਿੱਚ ਹੋਇਆ। ਇਹ 2 ਭੈਣ ਭਰਾ ਸਨ। ਇਹਨਾਂ ਦੇ ਪਿਤਾ ਇਲੈਕਟ੍ਰੀਕਲ ਇੰਜੀਨੀਅਰ ਤੇ ਸੇਲਜ਼ਮੈਨ ਸਨ। ਆਇਨਸਟਾਈਨ ਦਾ ਜਨਮ ਤਾਂ ਚਾਹੇ ਉਲਮ ਸ਼ਹਿਰ ਦੇ ਵਿੱਚ ਹੋਇਆ ਪਰ ਇਹਦਾ ਬਚਪਨ ਉਲਮ ਦੀ ਬਜਾਏ ਬਾਵੇਰੀਆ ਦੀ ਰਾਜਧਾਨੀ ਮਿਊਨਿਖ ਵਿੱਚ ਬੀਤਿਆ। ਆਇਨਸਟਾਈਨ ਜਨਮ ਤੋਂ ਬਾਅਦ 4 ਸਾਲ ਦੀ ਉਮਰ ਤੱਕ ਕੁਝ ਬੋਲ ਨਹੀਂ ਪਾ ਰਿਹਾ ਸੀ। ਜਦੋਂ ਕਿ 3 ਸਾਲ ਦੀ ਉਮਰ ਤੱਕ ਬੱਚਾ ਕੁਝ ਨਾ ਕੁਝ ਬੋਲਣਾ ਸ਼ੁਰੂ ਕਰ ਦਿੰਦਾ ਹੈ। ਮਾਪੇ ਇਸ ਗੱਲ ਤੋਂ ਬੜੇ ਪਰੇਸ਼ਾਨ ਸਨ ਪਰ ਉਹ ਕੁਰਦਾ ਭਾਣਾ ਮੰਨ ਕੇ ਚੱਲ ਰਹੇ ਸਨ।
ਅਚਾਨਕ ਜਦੋਂ ਇੱਕ ਦਿਨ ਟੇਬਲ ਤੇ ਬੈਠੇ ਖਾਣਾ ਖਾ ਰਹੇ ਸਨ ਤਾਂ 9 ਕੁ ਸਾਲ ਦੀ ਉਮਰ ਉਦੋਂ ਸੀਗੀ ਉਹਦੀ, ਤੇ ਅਚਾਨਕ ਆਈਨਸਟਾਈਨ ਬੋਲਿਆ ਕਿ ਸੂਪ ਬੜਾ ਗਰਮ ਹੈ। ਮਾਪਿਆਂ ਨੇ ਅਚਾਨਕ ਪੁੱਛਿਆ ਵੀ ਕਿਵੇਂ ਹੋਇਆ। ਉਹਨੇ ਬੜਾ ਸਿੰਪਲੀ ਜਵਾਬ ਦਿੱਤਾ ਕਿ ਇਸ ਤੋਂ ਪਹਿਲਾਂ ਸਭ ਠੀਕ ਚੱਲ ਰਿਹਾ ਸੀਗਾ ਤੇ ਕੁਝ ਬੋਲਣ ਦੀ ਜ਼ਰੂਰਤ ਨਹੀਂ ਸੀ। ਇਹ ਸੁਣ ਕੇ ਉਹ ਹੈਰਾਨ ਹੋ ਗਏ। ਆਈਨਸਟਾਈਨ ਦਾ ਦਿਮਾਗ ਅਜਬ ਤਰੀਕੇ ਨਾਲ ਚੱਲਦਾ ਸੀ। ਇੱਕ ਵਾਰੀ ਉਸਦੇ ਜਨਮ ਦਿਨ ਤੇ ਉਸਦੇ ਮਾਪਿਆਂ ਨੇ ਉਸਨੂੰ ਕੰਪਾਸ ਦੀ ਘੜੀ ਦਿੱਤੀ। ਉਹਨੂੰ ਅਕਸਰ ਪੁੱਛਦਾ ਰਹਿੰਦਾ ਕਿ ਇਹ ਉੱਤਰ ਦਿਸ਼ਾ ਵੱਲ ਕਿਉਂ ਰੁਕਦੀ ਹੈ, ਇਸ ਦੀ ਸੂਈ। ਫਿਰ ਉਸਦਾ ਕੁਝ ਵਿਸ਼ਿਆਂ ਵਿੱਚ ਹੀ ਦਿਮਾਗ ਲੱਗਦਾ ਸੀਗਾ, ਜਿਵੇਂ ਗਣਿਤ ਤੇ ਸਾਇੰਸ। ਉਸਦੀ ਮਾਂ ਨੇ ਉਸਨੂੰ ਦੂਸਰੇ ਵਿਸ਼ਿਆਂ 'ਚ ਇੰਟਰਸਟ ਦਿਵਾਉਣ ਵਾਸਤੇ ਸੰਗੀਤ ਸਿੱਖਣ ਲੱਗ ਪਈ। ਹੌਲੀ ਹੌਲੀ ਉਹਨੂੰ ਸੰਗੀਤ ਨਾਲ ਪਿਆਰ ਹੋ ਗਿਆ। ਉਹਨੇ ਫਿਰ ਵਾਇਲਨ ਨੂੰ ਕੁਝ ਜ਼ਿਆਦਾ ਹੀ ਸਿੱਖਣਾ ਸ਼ੁਰੂ ਕਰ ਦਿੱਤਾ, ਉਹ 'ਚ ਮਹਾਰਤ ਹਾਸਲ ਕੀਤੀ ਤੇ ਵਾਇਲਨ ਦਾ ਨਾਮ ਵੀ ਉਸਨੇ ਲੀਨਾ ਰੱਖਿਆ। ਫਿਰ ਉਸਨੇ ਗੀਤ ਵੀ ਲਿਖੇ ਤੇ ਗੀਤ ਗਾਏ ਵੀ। ਆਈਨਸਟਾਈਨ ਨੂੰ ਉਸਦਾ ਪਿਤਾ ਇੱਕ ਇੰਜੀਨੀਅਰ ਬਣਾਉਣਾ ਚਾਹੁੰਦਾ ਸੀ, ਪਰ ਉਸਦਾ ਇੰਟਰਸਟ ਗਣਿਤ, ਮੈਥ ਤੇ ਸਾਇੰਸ ਵਿੱਚ ਸੀ। 12 ਸਾਲ ਦੀ ਉਮਰ ਤੱਕ ਉਹਨੇ ਜਿਓਮੈਟਰੀ ਤੇ ਅਲਜੈਬਰਾ ਕਾਫੀ ਹੱਦ ਤੱਕ ਸਿੱਖ ਲਿਆ ਸੀ। ਜੇ ਕੋਈ ਦਿੱਕਤ ਆਉਂਦੀ ਸੀ ਤਾਂ ਉਹ ਆਪਣੇ ਚਾਚੇ ਜੈਕਬ ਤੋਂ ਉਹ ਹੱਲ ਸਮਝ ਲੈਂਦਾ ਸੀ, ਕਿਉਂਕਿ ਉਹ ਬੜੇ ਆਸਾਨ ਤਰੀਕੇ ਨਾਲ ਇਹਨੂੰ ਅਲਜੈਬਰਾ ਸਮਝਾ ਦਿੰਦਾ ਸੀ। ਪਾਇਥਾਗੋਰਸ ਦੀ ਥਿਊਰਮ ਦੇ ਮੂਲ ਪ੍ਰਮਾਣ ਦੀ ਖੋਜ ਵੀ ਉਸਨੇ ਇਸੇ ਦੌਰਾਨ ਹੀ ਕੀਤੀ। 1894 ਦੇ ਵਿੱਚ ਆਈਨਸਟਾਈਨ ਨੇ ਆਪਣਾ ਪਹਿਲਾ ਪਰਚਾ ਲਿਖਿਆ, ਪਹਿਲਾ ਖੋਜ ਪੱਤਰ ਲਿਖਿਆ, ਤੇ ਇਹ ਖੋਜ ਪੱਤਰ ਉਹਨੇ ਪਹਿਲਾਂ ਆਪਦੇ ਚਾਚੇ ਨੂੰ ਤੇ ਆਪਣੇ ਅਧਿਆਪਕਾਂ ਨੂੰ ਪੜ੍ਹਨ ਲਈ ਦਿੱਤਾ। ਉਹ ਪੜ੍ਹ ਕੇ ਸਾਰੇ ਹੈਰਾਨ ਹੋ ਗਏ। ਫਿਰ ਮਾਪਿਆਂ ਨੇ 1895 ਦੇ ਵਿੱਚ ਆਪਣੀ ਇੱਛਾ ਮੁਤਾਬਕ ਇਲੈਕਟ੍ਰੀਕਲ ਇੰਜੀਨੀਅਰ ਦੇ ਐਂਟਰੈਂਸ ਟੈਸਟ ਦਾਖਲਾ ਪ੍ਰੀਖਿਆ ਵਿੱਚ ਇਸ ਨੂੰ ਬਿਠਾ ਦਿੱਤਾ, ਪਰ ਉੱਥੇ ਰੁਚੀ ਨਾ ਹੋਣ ਕਰਕੇ ਉੱਥੇ ਆਈਨਸਟਾਈਨ ਫੇਲ ਹੋ ਗਿਆ। 1896 ਦੇ ਵਿੱਚ ਆਈਨਸਟਾਈਨ ਨੇ ਜਰਮਨ ਦੀ ਨਾਗਰਿਕਤਾ ਛੱਡ ਦਿੱਤੀ। 21 ਸਾਲ ਦੀ ਉਮਰ ਦੇ ਵਿੱਚ ਉਹਨੇ ਇੱਕ ਹੋਰ ਖੋਜ ਪੱਤਰ ਲਿਖਿਆ ਜਿਸ ਦੀ ਕਾਫੀ ਤਾਰੀਫ ਹੋਈ। ਉਸ ਤੋਂ ਬਾਅਦ ਜੋ ਵਿਧੀ ਨਾਲ ਉਹ ਪੜ੍ਹਾਉਣਾ ਚਾਹੁੰਦਾ ਸੀਗਾ, ਉਸ ਵਿਧੀ ਰਾਹੀਂ ਟੀਚਿੰਗ ਕਰਨ ਲਈ ਕਾਫੀ ਕੋਸ਼ਿਸ਼ ਕੀਤੀ। ਕਿਤੇ ਉਸ ਨੂੰ ਮੌਕਾ ਮਿਲੇ ਪਰ ਉਹ ਸਫਲ ਰਿਹਾ, ਕਿਤੇ ਉਸ ਨੂੰ ਮੌਕਾ ਨਹੀਂ ਮਿਲਿਆ। 1901 ਦੇ ਵਿੱਚ ਅਲਬਰਟ ਆਈਨਸਟਾਈਨ ਨੂੰ ਸਵਿਸ ਦੀ ਨਾਗਰਿਕਤਾ ਮਿਲ ਗਈ। 1902 ਵਿੱਚ ਸਵਿਸ ਦੀ ਇੱਕ ਸੰਸਥਾ ਵਿੱਚ ਉਸਨੂੰ ਸਹਾਇਕ ਐਗਜ਼ਾਮੀਨਰ ਦੀ ਨੌਕਰੀ ਮਿਲ ਗਈ। ਇੱਥੇ ਉਸਨੂੰ ਕਾਫੀ ਸਮਾਂ ਮਿਲਣ ਲੱਗਿਆ ਤੇ ਇੱਥੇ ਖੁੱਲ੍ਹਾ ਸਮਾਂ ਮਿਲਣ ਕਰਕੇ ਉਹਨੇ ਕਾਫੀ ਸੰਖਿਆ ਵਿੱਚ ਖੋਜ ਪੱਤਰ ਲਿਖੇ ਤੇ ਪ੍ਰਕਾਸ਼ਿਤ ਕਰਵਾਏ। 1903 ਦੇ ਵਿੱਚ ਮਲੀਵਾ ਮਾਰੀਆ ਨਾਂ ਦੀ ਇੱਕ ਔਰਤ ਨਾਲ ਅਲਬਰਟ ਆਈਨਸਟਾਈਨ ਨੇ ਵਿਆਹ ਕਰਵਾ ਲਿਆ। ਇਸ ਤੋਂ ਬਾਅਦ 2 ਬੱਚੇ ਇਹਨਾਂ ਦੇ ਪੈਦਾ ਹੋਏ। 1905 ਦੇ ਵਿੱਚ ਜ਼ਿਊਰਿਖ ਯੂਨੀਵਰਸਿਟੀ ਤੋਂ ਇਹਨਾਂ ਨੇ PhD ਹਾਸਲ ਕਰ ਲਈ ਤੇ 1905 ਦੇ ਵਿੱਚ ਹੀ ਇਹਨਾਂ ਨੇ ਲਗਾਤਾਰ ਖੋਜ ਪੱਤਰ ਲਿਖਣੇ ਸ਼ੁਰੂ ਕਰ ਦਿੱਤੇ, ਪ੍ਰਕਾਸ਼ਿਤ ਕਰਵਾਉਣੇ ਸ਼ੁਰੂ ਕਰ ਦਿੱਤੇ ਤੇ ਇਹਨੇ ਇਸੇ ਸਾਲ ਦੌਰਾਨ ਅਲਬਰਟ ਆਈਨਸਟਾਈਨ ਦਾ ਖੋਜ ਖੇਤਰ ਦੇ ਵਿੱਚ ਮੈਥ ਤੇ ਸਾਇੰਸ ਦੇ ਵਿੱਚ ਇੱਕ ਚੰਗਾ ਨਾਂ ਹੋ ਗਿਆ। 1909 ਦੇ ਵਿੱਚ ਅਲਬਰਟ ਆਈਨਸਟਾਈਨ ਜ਼ਿਊਰਿਖ ਚਲੇ ਗਏ ਤੇ ਇਹਨਾਂ ਦੀ ਯੋਗਤਾ ਨੂੰ ਦੇਖਦੇ ਰਹੇ ਉੱਥੋਂ ਦੀ ਯੂਨੀਵਰਸਿਟੀ ਨੇ ਇਹਨਾਂ ਨੂੰ ਪ੍ਰੋਫੈਸਰ ਦੀ ਨੌਕਰੀ ਦੇ ਦਿੱਤੀ। ਇਸ ਤਰ੍ਹਾਂ ਚੱਲਦਾ ਰਿਹਾ। ਹਾਲਾਤ ਕੁਝ ਕਰਦੇ ਕੁਝ ਨਾਸਾਜ਼ ਬਣਦੇ ਰਹੇ, ਕਾਰਨ ਇਹ ਖੋਜ ਬਿਜ਼ੀ ਰਹਿੰਦੇ ਸਨ ਤੇ ਕੁਝ ਘਰੇਲੂ ਪਰੇਸ਼ਾਨੀਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ। 1914 ਦੇ ਵਿੱਚ ਇਹ ਆਪਣੀ ਪਤਨੀ ਤੋਂ ਅਲੱਗ ਹੋ ਗਏ, ਲਗਾਤਾਰ ਅਲੱਗ ਰਹੇ, ਆਪਣੀਆਂ ਖੋਜਾਂ ਵਿੱਚ ਜੁਟੇ ਰਹੇ, ਪਰ 1920 ਦੇ ਵਿੱਚ ਇਹ ਪੂਰੀ ਤਰ੍ਹਾਂ ਤਲਾਕ ਲੈ ਕੇ ਵੱਖਰੇ ਹੋ ਗਏ। ਇਸ ਤੋਂ ਬਾਅਦ ਆਈਨਸਟਾਈਨ ਨੇ ਇੱਕ ਐਲਸਾ ਨਾਂ ਦੀ ਔਰਤ ਨਾਲ ਦੂਸਰੀ ਸ਼ਾਦੀ ਕਰ ਲਈ। 1921 ਦੇ ਵਿੱਚ ਅਮਰੀਕਾ ਦੀ ਨਿਊਯਾਰਕ ਸਿਟੀ ਦੇ ਵਿੱਚ ਆਈਨਸਟਾਈਨ ਨੇ ਪਹਿਲਾ ਪੈਰ ਰੱਖਿਆ। 1922 ਦੇ ਵਿੱਚ ਉਸ ਨੂੰ ਫਿਜ਼ਿਕਸ
ਯਾਨੀ ਭੌਤਿਕ ਵਿਗਿਆਨ ਦੇ ਵਿੱਚ ਖੋਜਾਂ ਨੂੰ ਦੇਖਦੇ ਹੋਏ ਨੋਬਲ ਪੁਰਸਕਾਰ ਮਿਲਿਆ। ਉਸਨੇ ਇਸ ਪੁਰਸਕਾਰ ਦੀ ਸਾਰੀ ਰਾਸ਼ੀ ਆਪਣੀ ਪਹਿਲੀ ਪਤਨੀ ਤੇ ਬੱਚਿਆਂ ਨੂੰ ਭੇਜ ਦਿੱਤੀ ਤਾਂ ਜੋ ਉਹਨਾਂ ਦਾ ਜੀਵਕਾ ਅੱਛੀ ਠੀਕ ਤਰ੍ਹਾਂ ਚੱਲ ਸਕੇ। ਸਪੇਖਤਾ ਦੇ ਅਧਿਐਨ ਨੇ ਆਇਨਸਟਾਈਨ ਨੂੰ ਅਮਰ ਕਰ ਦਿੱਤਾ। ਉਸਨੇ ਗਤੀ ਦੀ ਪ੍ਰਕਿਰਤੀ ਦਾ ਅਧਿਐਨ ਕੀਤਾ ਤੇ ਇਸ ਨਤੀਜੇ ਤੇ ਪਹੁੰਚਿਆ ਕਿ ਇਹ ਸਪੇਖਿਕ ਅਵਸਥਾ ਹੈ, ਇਸ ਨੂੰ ਨਿਰਧਾਰਿਤ ਨਹੀਂ ਕੀਤਾ ਜਾ ਸਕਦਾ। ਆਇਨਸਟਾਈਨ ਨੇ ਦਾਅਵਾ ਕੀਤਾ ਕਿ ਪੂਰੇ ਬ੍ਰਹਿਮੰਡ ਵਿੱਚ ਇਹ ਕਿਤੇ ਵੀ ਪ੍ਰਮਾਣ ਨਹੀਂ ਹੈ ਕਿ ਮਨੁੱਖ ਧਰਤੀ ਜਾਂ ਕਿਸੇ ਪ੍ਰਣਾਲੀ ਦੀ ਗਤੀ ਨੂੰ ਨਿਰਧਾਰਿਤ ਕਰ ਸਕੇ। ਗਤੀ ਦਾ ਅੰਦਾਜ਼ਾ ਕਿਸੇ ਵਸਤੂ ਦਾ ਹਵਾਲਾ ਦੇ ਕੇ ਜਾਂ ਉਸ ਦੀ ਤਬਦੀਲੀ ਨੂੰ ਆਧਾਰ ਬਣਾ ਕੇ ਲਗਾਇਆ ਜਾਂਦਾ ਹੈ। 17 ਅਪ੍ਰੈਲ 1955 ਨੂੰ ਅਲਬਰਟ ਆਇਨਸਟਾਈਨ ਦੀਆਂ ਧਮਨੀਆਂ ਵਿੱਚ ਅਚਾਨਕ ਬਲੀਡਿੰਗ ਹੋਣ ਲੱਗਦੀ ਹੈ। ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਤੇ ਡਾਕਟਰ ਕਹਿੰਦੇ ਕਿ ਸਰਜਰੀ ਤੋਂ ਇਲਾਵਾ ਇਸ ਦਾ ਕੋਈ ਹੱਲ ਨਹੀਂ। ਪਰ ਆਇਨਸਟਾਈਨ ਕਹਿੰਦਾ ਕਿ ਹੁਣ ਜਾਣ ਦਾ ਸਮਾਂ ਆ ਗਿਆ। ਸਰਜਰੀ ਤੋਂ ਉਸਨੇ ਨਾ ਕਰ ਦਿੱਤੀ ਤੇ ਅਗਲੇ ਦਿਨ 18 ਅਪ੍ਰੈਲ 1955 ਨੂੰ ਅਲਬਰਟ ਆਇਨਸਟਾਈਨ ਇਹ ਦੁਨੀਆ ਛੱਡ ਜਾਂਦਾ ਹੈ। ਪ੍ਰਿੰਸਟਨ ਹਸਪਤਾਲ ਵਿੱਚ ਅਲਬਰਟ ਆਇਨਸਟਾਈਨ ਦੀ ਮੌਤ ਹੋਣ ਤੋਂ ਬਾਅਦ ਉੱਥੋਂ ਦੇ ਪੈਥੋਲੋਜਿਸਟ ਡਾਕਟਰ ਥਾਮਸ ਹਾਰਵੇ ਨੂੰ ਇਹਦੀ ਸਰੀਰ ਦੀ ਜਾਂਚ ਕਰਨ ਲਈ ਲਗਾਇਆ ਜਾਂਦਾ ਹੈ। ਡਾਕਟਰ ਹਾਰਵੇ ਤਕਰੀਬਨ 7.5 ਘੰਟਿਆਂ ਬਾਅਦ ਆਇਨਸਟਾਈਨ ਦੇ ਸਰੀਰ ਦੇ ਵਿੱਚੋਂ ਉਸ ਦਾ ਦਿਮਾਗ ਕੱਢ ਲੈਂਦਾ ਹੈ। ਘਰਦਿਆਂ ਦੀ ਬਿਨਾਂ ਇਜਾਜ਼ਤ ਤੇ ਉਸ ਦੀਆਂ ਅੱਖਾਂ ਵੀ ਕੱਢ ਲਈਆਂ ਜਾਂਦੀਆਂ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਨੂੰ ਜਦੋਂ ਪਤਾ ਲੱਗਦਾ ਹੈ ਤੇ ਉਹ ਉਸ ਨੂੰ ਕਹਿੰਦਾ ਕਿ ਵਾਪਸ ਕਰ ਦੇਵੇ, ਪਰ ਉਹ ਵਾਪਸ ਨਹੀਂ ਕਰ ਦਿੰਦਾ। ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ। ਪੂਰੇ 20 ਸਾਲ 2 ਦਹਾਕੇ ਡਾਕਟਰ ਥਾਮਸ ਹਾਰਵੇ ਕਿਸੇ ਵੀ ਤਰ੍ਹਾਂ ਇਸ ਦਿਮਾਗ ਨੂੰ ਸਾਂਭ ਕੇ ਰੱਖਦਾ ਹੈ ਤੇ 20 ਸਾਲਾਂ ਬਾਅਦ ਆਇਨਸਟਾਈਨ ਦੇ ਬੇਟੇ ਤੋਂ ਸਹਿਮਤੀ ਲੈ ਕੇ ਫਿਰ ਇਸ ਤੇ ਖੋਜ ਲਈ ਇਸ ਨੂੰ 200 ਤੋਂ 240 ਹਿੱਸਿਆਂ ਵਿੱਚ ਕੱਟਿਆ ਜਾਂਦਾ ਹੈ ਤੇ ਦੁਨੀਆ ਭਰ ਦੇ ਵਿਗਿਆਨੀਆਂ ਨੂੰ ਭੇਜਿਆ ਜਾਂਦਾ ਹੈ। ਟੈਲੀਗ੍ਰਾਫ ਦੀ ਰਿਪੋਰਟ ਦੇ ਮੁਤਾਬਕ ਡਾਕਟਰ ਥਾਮਸ ਹਾਰਵੇ ਦੇ ਸੰਗ੍ਰਹਿ ਤੋਂ ਲਈਆਂ ਤਸਵੀਰਾਂ ਦੇ ਆਧਾਰ ਤੇ ਕੀਤੀ ਗਈ ਖੋਜ ਅਨੁਸਾਰ ਆਇਨਸਟਾਈਨ ਦੇ ਦਿਮਾਗ ਨੂੰ ਹੋਰ 85 ਦਿਮਾਗਾਂ ਨਾਲ ਤੁਲਨਾਤਮਕ ਅਧਿਐਨ ਕੀਤਾ ਗਿਆ। ਉਸ ਵਿੱਚ ਪਾਇਆ ਗਿਆ ਕਿ ਆਇਨਸਟਾਈਨ ਦੇ ਦਿਮਾਗ ਦੇ ਵਿੱਚ ਕੋਈ ਵੱਖਰੀ ਤਰ੍ਹਾਂ ਦੀ ਸੈੱਲ ਬਣਤਰ ਸੀ, ਜਿਸ ਕਰਕੇ ਉਹ ਅਸਧਾਰਨ ਤਰੀਕੇ ਨਾਲ ਸੋਚਦਾ ਸੀ ਤੇ ਕੁਝ ਖਾਸ ਚੀਜ਼ਾਂ ਦੀ ਸੋਚਦਾ ਸੀ। ਇਸੇ ਕਰਕੇ ਉਸਨੇ ਗਣਿਤ ਅਤੇ ਸਾਇੰਸ ਦੇ ਵਿੱਚ ਬਹੁਤ ਗਹਿਰਾਈ ਨਾਲ ਸੋਚਿਆ ਤੇ ਦੁਨੀਆ ਨੂੰ ਨਵੇਂ ਸਿਧਾਂਤ ਦਿੱਤੇ, ਨਵੇਂ ਫਾਰਮੂਲੇ ਦਿੱਤੇ ਤੇ ਭੌਤਿਕ ਵਿਗਿਆਨ ਦੀ ਦੁਨੀਆ ਬਦਲ ਦਿੱਤੀ ਤੇ ਇਸ ਖਿੱਤੇ ਵਿੱਚ ਖੋਜ ਕਰਨ ਵਾਲੇ ਵਿਗਿਆਨੀਆਂ ਦੀ ਸੋਚ ਬਦਲ ਦਿੱਤੀ। ਇਸ ਤੋਂ ਬਾਅਦ ਲੰਡਨ ਦੇ ਇੱਕ ਵਿਗਿਆਨੀ ਨੇ ਖੋਜ ਕਰਨ ਦੇ ਬਾਅਦ ਇੱਕ ਦਾਅਵਾ ਕੀਤਾ ਕਿ ਆਇਨਸਟਾਈਨ ਦੇ ਦਿਮਾਗ ਦੇ ਵਿੱਚ ਸੇਰੇਬਰਲ ਕੋਰਟੈਕਸ ਨਾਂ ਦਾ ਸੈੱਲ ਤੇ ਇੱਕ ਹਿੱਸਾ ਜ਼ਿਆਦਾ ਸੀ ਜੋ ਉਸ ਦੀ ਵਿਲੱਖਣ ਬੁੱਧੀ ਦਾ ਕਾਰਨ ਸੀ ਤੇ ਉਸੇ ਕਾਰਨ ਹੀ ਉਸਨੇ ਹੁਣ ਤੱਕ ਵਿਲੱਖਣ ਖੋਜਾਂ ਕੀਤੀਆਂ ਤੇ ਵਿਲੱਖਣ ਸਿਧਾਂਤ। ਇਹੀ ਸੈੱਲ, ਇਹੀ ਹਿੱਸਾ ਦਿਮਾਗ ਨੂੰ ਅਜੀਬ ਤਰੀਕੇ ਨਾਲ ਸੋਚਣ, ਨਵਾਂ ਸੋਚਣ, ਅਜਬ ਤਰ੍ਹਾਂ ਦੀਆਂ ਕਲਪਨਾਵਾਂ ਜਾਂ ਸੰਵੇਦਨਾਵਾਂ ਵੱਲ ਤੋਰਦਾ ਹੈ, ਉਸ ਨੂੰ ਪ੍ਰਭਾਵਿਤ ਕਰਦਾ ਹੈ। ਇਹੀ ਹਿੱਸਾ ਵੱਡਾ ਕਾਰਨ ਬਣਿਆ ਆਇਨਸਟਾਈਨ ਦੀ ਪੂਰੇ ਜੀਵਨ ਦੇ ਵਿੱਚ ਨਵੀਆਂ ਖੋਜਾਂ ਕਰਨ, ਨਵੇਂ ਸਿਧਾਂਤ ਪੈਦਾ ਕਰਨ ਤੇ ਵੱਖਰੇ ਤਰੀਕੇ ਨਾਲ ਸੋਚਣ। ਇਸੇ ਗੱਲ ਨੂੰ ਫਲੋਰੀਡਾ ਦੇ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਵਿਗਿਆਨੀ ਨੇ ਵੀ ਸਮਰਥਨ ਦਿੱਤਾ। ਇਸ ਤੋਂ ਬਾਅਦ ਸਾਰੇ ਹਿੱਸਿਆਂ ਤੋਂ ਜਿੱਥੇ ਵੀ ਡਾਕਟਰ ਥਾਮਸ ਹਾਰਵੇ ਨੇ 240 ਹਿੱਸਿਆਂ 'ਚ ਕੱਟ ਕੇ ਦਿਮਾਗ ਦੇ ਹਿੱਸੇ ਭੇਜੇ ਸਨ, ਸਾਰਿਆਂ ਨੂੰ ਇਕੱਠੇ ਕੀਤੇ ਗਏ, ਪਰ 46 ਹੀ ਰਿਕਵਰ ਹੋ ਸਕੇ, ਜਿਸ ਨੂੰ ਅਮਰੀਕਾ ਦੀ ਸਰਕਾਰ ਨੇ ਆਪਣੇ ਇੱਕ ਮਿਊਜ਼ੀਅਮ ਦੇ ਵਿੱਚ ਸਾਂਭ ਕੇ ਰੱਖਿਆ ਹੋਇਆ ਤੇ ਨਾਲ ਉਹਦੀਆਂ ਸਾਰੀਆਂ ਗਤੀਵਿਧੀਆਂ
ਤੇ ਖੋਜਾਂ ਤੇ ਉਹਦੀਆਂ ਅਜੀਬ ਜਿਹੜੀਆਂ ਭਿੰਨਤਾਵਾਂ ਨੇ ਉਹਨੂੰ ਵੀ ਉਲੇਖਿਆ ਹੋਇਆ। ਇਹ ਸੀ ਕਹਾਣੀ ਉਸ ਦਿਮਾਗ ਦੀ ਜਿਸ ਨੇ ਭੌਤਿਕ ਵਿਗਿਆਨ ਦੇ ਵਿੱਚ ਇੱਕ ਨਵੀਆਂ ਲੀਹਾਂ ਪਾਈਆਂ, ਜਿਸ ਦੀ ਚਰਚਾ ਅੱਜ ਵੀ ਹੈ, ਜਿਸ ਦੇ ਆਧਾਰ ਤੇ ਭੌਤਿਕ ਗੱਲਾਂ ਦਾ ਵਖਰੇਵਾਂ ਤੇ ਉਸ ਦੀ ਸਾਰਥਕਤਾ ਨੂੰ ਮਾਪਿਆ ਜਾਂਦਾ ਹੈ। ਅਸੀਂ ਇਸ ਕਹਾਣੀ ਨੂੰ ਦਰਸ਼ਕਾਂ ਨਾਲ ਸਾਂਝਾ ਕੀਤਾ। ਦਰਸ਼ਕਾਂ ਨੇ ਜਾਣਿਆ ਕਿ ਵੱਖਰੇ ਦਿਮਾਗ ਕਿਸ ਤਰ੍ਹਾਂ ਦੇ ਹੁੰਦੇ ਨੇ ਜਿਸ ਨੂੰ ਚੋਰੀ ਕਰ ਲਿਆ ਜਾਂਦਾ ਹੈ। ਪਰ ਅਸੀਂ ਅਜਿਹੀਆਂ ਹੀ ਕਹਾਣੀਆਂ ਲੈ ਕੇ ਦਰਸ਼ਕਾਂ ਸਾਹਮਣੇ ਪੇਸ਼ ਹੁੰਦੇ ਰਹਿੰਦੇ ਹਾਂ। ਫਿਰ ਮਿਲਦੇ ਹਾਂ ਕਿਸੇ ਇੱਕ ਹੋਰ ਨਵੀਂ ਕਹਾਣੀ ਨਾਲ, ਨਵੀਂ ਸ਼ਖਸੀਅਤ ਤੇ ਨਵੇਂ ਵਿਸ਼ੇ ਨਾਲ।